ਸਵਾਗਤ ਹੈ ਜੀ ਤੁਹਾਡਾ ਟੀਚਰ ਚੈਨਲ ਵਿੱਚ। ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜੋ ਅਸੀਂ ਕੁਐਸਚਨ ਸੀਰੀਜ਼ ਸ਼ੁਰੂ ਕੀਤੀ ਹੈ ਸਾਇੰਸ ਦੀ, ਠੀਕ ਹੈ, ਉਹਦੇ ਅਸੀਂ ਅਗਲੇ ਪ੍ਰਸ਼ਨ ਕਰਨ ਜਾ ਰਹੇ ਹਾਂ। ਪ੍ਰਸ਼ਨ ਨੰਬਰ 11 ਹੈ, ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਕੀ ਕਿਹਾ ਜਾਂਦਾ ਹੈ? ਇਸ ਨੂੰ ਕਿਹਾ ਜਾਂਦਾ ਹੈ ਚਾਲ, ਠੀਕ ਹੈ, ਇੰਗਲਿਸ਼ ਵਿੱਚ ਬੋਲਿਆ ਜਾਂਦਾ ਹੈ ਸਪੀਡ, ਠੀਕ ਹੈ ਜੀ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਚਾਲ ਦਾ ਮਾਤਰਿਕ ਇਕਾਈ ਯੂਨਿਟ ਕੀ ਹੈ? ਠੀਕ ਹੈ, ਸਪੀਡ ਦੀਆਂ ਯੂਨਿਟਸ ਕੀ ਹੁੰਦੀਆਂ ਨੇ? ਇਹਦੀ ਯੂਨਿਟਸ ਹੈ ਮੀਟਰ ਪਰ ਸੈਕਿੰਡ, ਠੀਕ ਹੈ ਨਾ, ਮੀਟਰ ਪਰ ਸੈਕਿੰਡ। ਔਰ ਇਹਨੂੰ ਇੱਦਾਂ ਵੀ ਲਿਖਿਆ ਜਾ ਸਕਦਾ ਹੈ ਮੀਟਰ ਸੈਕਿੰਡ ਦੀ ਪਾਵਰ -1। ਉਹ ਕਿਵੇਂ ਆ? ਇਹ ਚੀਜ਼ ਕਿਵੇਂ ਆਈ ਆ? ਦੇਖੋ, ਜਿਹੜਾ ਮੀਟਰ ਪਰ ਸੈਕਿੰਡ ਦਾ ਮਤਲਬ ਹੈ ਮੀਟਰ ਬਟਾ ਐਸ। ਜਦੋਂ ਐਸ ਇੱਧਰ, ਐਸ ਨੇ ਉੱਪਰ ਜਾਣਾ ਆ, ਦੂਸਰੀ ਫਾਰਮ 'ਚ ਲਿਖਣਾ, ਤਾਂ ਇੱਥੇ ਇਹਦੀ ਪਾਵਰ ਕੀ ਹੈ? 1 ਆ। ਜਦੋਂ ਇਹ ਉੱਪਰ ਆਏਗਾ ਤਾਂ ਇਹਦੀ ਪਾਵਰ ਹੋ ਜਾਏਗੀ -1, ਠੀਕ ਹੈ। ਮੀਟਰ ਸੈਕਿੰਡ ਪਾਵਰ -1 ਆ ਗਿਆ, ਠੀਕ ਹੈ ਜੀ। ਅਤੇ ਇੱਥੇ ਨਾਲ ਹੀ ਨੋਟ ਹੋਰ ਕਰ ਲੈਣਾ ਕਿ ਚਾਲ ਦੀਆਂ ਹੋਰ ਯੂਨਿਟਸ ਵੀ ਹੁੰਦੀਆਂ, ਜਿਵੇਂ ਕਿ ਕਿਲੋਮੀਟਰ ਆਰ, ਠੀਕ ਹੈ ਨਾ। 1 ਘੰਟਾ ਲੈ ਲੈਣਾ, ਕਿਲੋਮੀਟਰ ਦੇ ਨਾਲ ਘੰਟਾ ਲੈ ਲੈਣਾ ਅਤੇ ਪਾਵਰ ਉਹਦੀ -1। ਔਰ ਸੈਂਟੀਮੀਟਰ ਦੇ ਨਾਲ ਤਾਂ ਸੈਕਿੰਡ ਹੀ ਰਹਿਣਾ, ਪਾਵਰ -1 ਆ ਜਾਣਾ। ਇਹ ਵੀ ਚੀਜ਼ਾਂ ਨੋਟ ਕਰ ਲੈਣੀਆਂ ਹੈਗੀਆਂ। ਸਾਡਾ ਅਗਲਾ ਪ੍ਰਸ਼ਨ ਵੈਸੇ ਜ਼ਿਆਦਾ ਇੰਪੋਰਟੈਂਟ ਜਿਹੜੀ ਹੈ ਉੱਪਰਲੀ ਹੀ ਯੂਨਿਟ ਹੈ, ਠੀਕ ਹੈ, ਚਾਲ ਦੀ। ਸਾਡਾ ਅਗਲਾ ਪ੍ਰਸ਼ਨ ਹੈ, ਵਸਤੂ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ ਨੂੰ ਕੁੱਲ ਲੱਗੇ ਸਮੇਂ ਨਾਲ ਭਾਗ ਕਰਨ 'ਤੇ ਕੀ ਪ੍ਰਾਪਤ ਹੁੰਦਾ ਹੈ? ਕੀ ਕਿਹਾ ਜਾਂਦਾ ਹੈ? ਇਸ ਨੂੰ ਐਵਰੇਜ ਸਪੀਡ ਕਿਹਾ ਜਾਂਦਾ ਹੈ, ਔਸਤ ਚਾਲ ਕਿਹਾ ਜਾਂਦਾ ਹੈ, ਠੀਕ ਹੈ ਨਾ। ਔਸਤ ਚਾਲ ਦਾ ਫਾਰਮੂਲਾ ਵੀ ਇਹੀ ਹੁੰਦਾ ਆ। ਕੀ ਹੁੰਦਾ ਔਸਤ ਚਾਲ ਦਾ ਫਾਰਮੂਲਾ? ਔਸਤ ਚਾਲ ਇਕੁਅਲ ਟੂ ਵਸਤੂ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ, ਮਤਲਬ ਡਿਸਟੈਂਸ ਓਵਰ ਟਾਈਮ, ਜਿਹੜਾ ਉਹਦਾ ਟਾਈਮ ਲੱਗਾ ਹੈਗਾ ਹੈ, ਠੀਕ ਹੈ ਜੀ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਇੱਕ ਨਿਸ਼ਚਿਤ ਦਿਸ਼ਾ ਵਿੱਚ ਚਾਲ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਜਿਹੜੀ ਚਾਲ ਹੈ ਜਦੋਂ ਇੱਕ ਨਿਸ਼ਚਿਤ ਦਿਸ਼ਾ ਵਿੱਚ ਚੱਲਦੀ ਆ ਤਾਂ ਉਸ ਨੂੰ ਕਿਹਾ ਜਾਂਦਾ ਹੈ ਵੈਲੋਸਿਟੀ। ਕੀ ਕਿਹਾ ਜਾਂਦਾ ਹੈ? ਵੇਗ ਕਿਹਾ ਜਾਂਦਾ, ਵੈਲੋਸਿਟੀ ਕਿਹਾ ਜਾਂਦਾ, ਪੰਜਾਬੀ ਵਿੱਚ ਵੇਗ ਕਿਹਾ ਜਾਂਦਾ ਹੈ, ਠੀਕ ਹੈ ਜੀ। ਜਦੋਂ ਚਾਲ ਜਿਹੜੀ ਹੈ ਨਿਸ਼ਚਿਤ ਦਿਸ਼ਾ ਵਿੱਚ ਚੱਲਦੀ ਹੈ, ਠੀਕ ਹੈ ਜੀ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਔਸਤ ਵੇਗ ਪਤਾ ਕਰਨ ਦਾ ਫਾਰਮੂਲਾ ਕੀ ਹੈ? ਠੀਕ ਹੈ ਨਾ। ਐਵਰੇਜ ਵੈਲੋਸਿਟੀ ਆਪਾਂ ਕੱਢਣੀ ਹੋਵੇ ਤਾਂ ਕਿਵੇਂ ਕੱਢਾਂਗੇ? ਦੇਖੋ ਕਿਵੇਂ ਕੱਢਾਂਗੇ। ਔਸਤ ਵੇਗ ਬਰਾਬਰ ਹੈ ਆਰੰਭਿਕ ਵੇਗ ਪਲੱਸ ਅੰਤਿਮ ਵੇਗ ਬਟਾ 2, ਠੀਕ ਹੈ ਨਾ। ਇੱਥੇ ਇੱਦਾਂ ਸਾਰੇ ਦਾ ਬਟਾ ਇੱਦਾਂ ਆਉਣਾ ਆ, ਸਾਰੇ ਦਾ ਬਟਾ 2, ਠੀਕ ਹੈ ਨਾ। ਇੱਥੇ ਕੀ ਹੋਣਾ? ਸਾਰੇ ਦਾ ਬਟਾ 2 ਓਵਰ 2, ਠੀਕ ਹੈ ਨਾ। ਇਨੀਸ਼ੀਅਲ ਵੈਲੋਸਿਟੀ ਪਲੱਸ ਫਾਈਨਲ ਵੈਲੋਸਿਟੀ ਓਵਰ 2, ਠੀਕ ਹੈ ਨਾ। ਇਹ ਜਿਹੜਾ ਆ ਐਵਰੇਜ ਵੈਲੋਸਿਟੀ ਨੂੰ ਕੱਢਣ ਦਾ ਫਾਰਮੂਲਾ ਹੈਗਾ ਆ, ਠੀਕ ਹੈ। ਇਹਨੂੰ ਆਪਾਂ ਯਾਦ ਕਰ ਲੈਣਾ। ਸਾਨੂੰ ਇਹਦੇ ਵਿੱਚ ਕੋਈ ਇੱਕ ਚੀਜ਼ ਮਿਸਿੰਗ ਹੋਵੇਗੀ ਪੇਪਰ 'ਚ ਅਤੇ ਸਾਨੂੰ ਫਿਲ ਕਰਨ ਲਈ ਕਹਿ ਦਿੱਤਾ ਜਾਵੇਗਾ। ਐਵਰੇਜ ਵੈਲੋਸਿਟੀ ਹਮੇਸ਼ਾ ਇਸੇ ਤਰੀਕੇ ਨਾਲ ਹੀ ਕੱਢੀ ਜਾਂਦੀ ਹੈ, ਠੀਕ ਹੈ ਜੀ। ਸਾਡਾ ਅਗਲਾ ਪ੍ਰਸ਼ਨ ਹੈ, ਕਿਸੇ ਵਸਤੂ ਦੇ ਵੇਗ ਦੇ ਪਰਿਵਰਤਨ ਦੀ ਦਰ ਨੂੰ ਕੀ ਕਿਹਾ ਜਾਂਦਾ? ਕੀ ਕਿਹਾ ਜਾਂਦਾ? ਪ੍ਰਵੇਗ ਕਿਹਾ ਜਾਂਦਾ ਹੈ, ਠੀਕ ਹੈ ਜੀ। ਕੀ ਕਿਹਾ ਜਾਂਦਾ? ਪ੍ਰਵੇਗ ਕਿਹਾ ਜਾਂਦਾ। ਵੇਗ ਹੁੰਦਾ ਵੈਲੋਸਿਟੀ, ਠੀਕ ਹੈ। ਜਦੋਂ ਵੈਲੋਸਿਟੀ ਦੇ ਵਿੱਚ ਚੇਂਜ ਆਉਂਦਾ ਆ ਤਾਂ ਉਹ ਕੀ ਬਣ ਜਾਂਦਾ ਆ? ਪ੍ਰਵੇਗ ਕਿਹਾ ਜਾਂਦਾ ਉਸ ਨੂੰ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਪ੍ਰਵੇਗ ਦਾ ਫਾਰਮੂਲਾ ਕੀ ਆ? ਹੁਣ ਪ੍ਰਵੇਗ ਨੂੰ ਪਤਾ ਕਰਨ ਲਈ ਸਾਨੂੰ ਕੀ ਫਾਰਮੂਲਾ ਯੂਜ਼ ਕਰਨਾ ਪਵੇਗਾ ਸਾਇੰਸ ਦੇ ਵਿੱਚ? ਕੀ ਹੈ ਵੇਗ ਵਿੱਚ ਪਰਿਵਰਤਨ? ਇਹਦਾ ਵੀ ਉਹੀ ਹੈ, ਚੇਂਜ ਇਨ ਵੈਲੋਸਿਟੀ, ਠੀਕ ਹੈ ਨਾ। ਚੇਂਜ ਇਨ ਵੇਗ ਵਿੱਚ ਜੋ ਪਰਿਵਰਤਨ ਆਇਆ ਉਹਦੇ ਬਟਾ ਕਰ ਦੇਣਾ ਥੱਲੇ ਲੱਗਿਆ ਸਮਾਂ, ਉਹਦੇ ਵਿੱਚ ਲੱਗਾ ਜਿੰਨਾ ਸਮਾਂ ਹੈ, ਠੀਕ ਹੈ ਨਾ। ਇਹ ਚੀਜ਼ ਯਾਦ ਰੱਖਣੀ ਆਪਾਂ, ਇਹ ਫਾਰਮੂਲੇ ਆਪਾਂ ਨੂੰ ਯਾਦ ਰਹਿਣਗੇ। ਫਿਰ ਪ੍ਰਵੇਗ ਦੀ ਜਿਹੜੀ ਐਸ ਆਈ ਯੂਨਿਟ ਕੀ ਹੁੰਦੀ ਹੈ? ਪ੍ਰਵੇਗ ਦੀ ਐਸ ਆਈ ਯੂਨਿਟ ਹੁੰਦੀ ਹੈ ਮੀਟਰ ਪਰ ਸੈਕਿੰਡ -1, ਠੀਕ ਹੈ ਜੀ। ਇਹ ਯਾਦ ਰੱਖਣੀ। ਫਿਲ ਇਨ ਦਾ ਬਲੈਂਕ, ਇੱਕ ਬਲੈਂਕ ਦਿੱਤੀ ਹੋਈ ਉਹਦੇ ਵਿੱਚ ਫਿਲ ਕਰਨਾ ਆਪਾਂ ਪ੍ਰੋਪਰ, ਠੀਕ ਹੈ ਨਾ। ਜੇਕਰ ਪ੍ਰਵੇਗ ਐਕਲਰੇਸ਼ਨ ਵੇਗ ਵੈਲੋਸਿਟੀ ਦੀ ਦਿਸ਼ਾ ਵਿੱਚ ਹੈ, ਠੀਕ ਹੈ ਨਾ। ਜੇਕਰ ਤਾਂ ਪ੍ਰਵੇਗ ਜਿਹੜਾ ਹੈ ਵੈਲੋਸਿਟੀ ਦੀ ਵੇਗ ਦੀ ਦਿਸ਼ਾ ਵਿੱਚ ਹੈ ਤਾਂ ਪ੍ਰਵੇਗ ਜਿਹੜਾ ਆ ਉਹ ਕੀ ਲਿਆ ਜਾਵੇਗਾ? ਪੋਜ਼ੀਟਿਵ ਲਿਆ ਜਾਊਗਾ। ਜੇਕਰ ਦੇਖੋ ਪ੍ਰਵੇਗ ਕੀ ਆਪਾਂ ਮੰਨਿਆ ਸੀਗਾ? ਪ੍ਰਵੇਗ ਮੰਨਿਆ ਸੀ ਵੇਗ ਦੇ ਵਿੱਚ ਜਦੋਂ ਚੇਂਜ ਆਉਂਦਾ ਆ, ਮਤਲਬ ਵੈਲੋਸਿਟੀ 'ਚ ਜਦੋਂ ਚੇਂਜ ਹੁੰਦਾ ਤਾਂ ਉਹ ਐਕਲਰੇਸ਼ਨ ਹੁੰਦਾ ਆ। ਹੁਣ ਐਕਲਰੇਸ਼ਨ ਹੁਣ ਜਿਹੜਾ ਐਕਲਰੇਸ਼ਨ ਆ ਉਹ ਵੀ ਦੋ ਤਰੀਕੇ ਨਾਲ ਹੁੰਦਾ। ਇੱਕ ਤਾਂ ਵੈਲੋਸਿਟੀ ਦੀ ਦਿਸ਼ਾ ਵਿੱਚ ਚੱਲਦਾ, ਇੱਕ ਹੁੰਦਾ ਵੈਲੋਸਿਟੀ ਦੀ ਦਿਸ਼ਾ ਤੋਂ ਉਲਟ ਚੱਲਦਾ। ਅਗਰ ਵੈਲੋਸਿਟੀ ਦੀ ਦਿਸ਼ਾ ਵਿੱਚ ਚੱਲ ਰਿਹਾ ਤਾਂ ਉਹ ਹੋਊਗਾ ਪੋਜ਼ੀਟਿਵ। ਅਗਰ ਇਸ ਤੋਂ ਉਲਟ ਵੈਲੋਸਿਟੀ ਦੀ ਦਿਸ਼ਾ ਵਿੱਚ ਨਹੀਂ ਚੱਲ ਰਿਹਾ, ਪ੍ਰਵੇਗ ਹੋ ਰਿਹਾ, ਪਰਿਵਰਤਨ ਵੇਗ ਦੇ ਵਿੱਚ ਜਿਹੜਾ ਆ ਉਹ ਨਹੀਂ ਹੋ ਰਿਹਾ, ਤਾਂ ਉਹ ਕੀ ਹੈ? ਨੈਗੇਟਿਵ ਹੋਵੇਗਾ, ਰਿਣਾਤਮਕ ਹੋਵੇਗਾ। ਸਾਡਾ ਅਗਲਾ ਪ੍ਰਸ਼ਨ ਹੈ, ਸਦਿਸ਼ ਰਾਸ਼ੀ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ। ਹਾਂਜੀ, ਸਦਿਸ਼ ਰਾਸ਼ੀ ਵਿੱਚ ਕੀ ਹੁੰਦਾ? ਮਾਤਰਾ ਅਤੇ ਦਿਸ਼ਾ ਦੋਵੇਂ ਹੁੰਦੀ ਹੈ, ਡਾਇਰੈਕਸ਼ਨ ਵੀ ਹੁੰਦੀ ਆ ਔਰ ਪ੍ਰਮਾਣ ਵੀ ਹੁੰਦਾ ਆ, ਠੀਕ ਹੈ, ਮਾਤਰਾ ਵੀ ਹੁੰਦੀ ਹੈ। ਜਦੋਂ ਅਗਲਾ ਪ੍ਰਸ਼ਨ ਹੈ, ਜਦੋਂ ਵੇਗ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਮਾਤਰਾ ਵਿੱਚ ਘਟਦਾ ਵੱਧਦਾ ਹੈ ਤਾਂ ਵਸਤੂ ਦੇ ਪ੍ਰਵੇਗ ਨੂੰ ਕੀ ਕਿਹਾ ਜਾਂਦਾ ਹੈ? ਯੂਨੀਫਾਰਮ ਐਕਲਰੇਸ਼ਨ ਕਿਹਾ ਜਾਂਦਾ ਹੈ। ਕੱਲ੍ਹ ਅਸੀਂ ਯੂਨੀਫਾਰਮ
ਉਹ ਕੀਤਾ ਸੀਗਾ ਚਾਲ ਉਹ ਕੀਤੀ ਸੀ, ਗਤੀ ਵੀ ਕੀਤੀ ਸੀ ਨਾ ਕਿ ਇੱਕ ਸਮਾਨ ਅੰਤਰਾਲਾਂ ਵਿੱਚ ਜਦੋਂ ਕੋਈ ਚੀਜ਼ ਗਤੀ ਕਰਦੀ ਆ, ਠੀਕ ਹੈ ਨਾ। ਤੇ ਉਦਾਂ ਹੀ ਇਹ ਆ ਜਿਹੜਾ ਵੇਗ ਵਾ ਜਦੋਂ ਸਮਾਨ ਟਾਈਮ ਮਤਲਬ ਸੇਮ ਟਾਈਮ ਇੰਟਰਵਲ ਦੇ ਵਿੱਚ ਜਦੋਂ ਘਟਦਾ ਵੱਧਦਾ ਆ ਤਾਂ ਉਹਨੂੰ ਕੀ ਕਿਹਾ ਜਾਂਦਾ, ਯੂਨੀਫਾਰਮ ਐਕਲਰੇਸ਼ਨ ਕਿਹਾ ਜਾਂਦਾ, ਸਮਾਨ ਪ੍ਰਵੇਗ ਕਿਹਾ ਜਾਂਦਾ, ਬਰਾਬਰ ਮਾਤਰਾ ਵਿੱਚ ਘਟਦਾ ਬਰਾਬਰ ਟਾਈਮ ਪੀਰੀਅਡ ਦੇ ਵਿੱਚ, ਠੀਕ ਹੈ ਜੀ। ਸਾਡਾ ਅਗਲਾ ਪ੍ਰਸ਼ਨ ਹੈ, ਜਦੋਂ ਕੋਈ ਵਸਤੂ ਸਮਾਨ ਚਾਲ ਨਾਲ ਚੱਕਰਾਵਾਰ ਪਥ 'ਤੇ ਘੁੰਮ ਰਹੀ ਹੋਵੇ ਤਾਂ ਇਸ ਦੀ ਗਤੀ ਨੂੰ ਕੀ ਕਿਹਾ ਜਾਂਦਾ ਹੈ? ਇਸ ਦੀ ਗਤੀ ਨੂੰ ਕਿਹਾ ਜਾਂਦਾ ਹੈ ਯੂਨੀਫਾਰਮ ਸਰਕੂਲਰ, ਠੀਕ ਹੈ ਨਾ। ਇੱਕ ਸਮਾਨ ਚੱਕਰਾਕਾਰ ਗਤੀ ਉਹੀ ਚੀਜ਼ ਹੋ ਗਈ ਜਿੱਦਾਂ ਕਿ ਅਸੀਂ ਆਪਣੇ ਇੱਕ ਡੋਰੀ ਆ ਉਹਦੇ ਨਾਲ ਪੱਥਰ ਬੰਨਿਆ ਆ, ਇੱਥੇ ਬੰਦਾ ਕੋਈ ਖੜਾ ਆ, ਵਿਅਕਤੀ ਉਹਦੇ ਹੱਥ 'ਚ ਡੋਰੀ ਫੜੀ, ਇੱਥੇ ਪੱਥਰ ਉਹਨੂੰ ਇੱਦਾਂ ਦਾ ਘੁਮਾਉਂਦਾ ਆ ਤੇ ਕਿ ਚੱਕਰਾਕਾਰ ਗਤੀ ਹੋ ਗਈ ਆ, ਠੀਕ ਹੈ ਜੀ, ਯੂਨੀਫਾਰਮ ਸਰਕੂਲਰ, ਠੀਕ ਹੈ ਜੀ। ਖਾਲੀ ਥਾਂ ਭਰੋ। ਜਿਹੜੀਆਂ ਭੌਤਿਕ ਰਾਸ਼ੀਆਂ ਨੂੰ ਉਹਨਾਂ ਦੀ ਮਾਤਰਾ ਤੇ ਦਿਸ਼ਾ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ ਉਹ ਰਾਸ਼ੀਆਂ ਕਿਹੜੀਆਂ ਹੁੰਦੀਆਂ ਨੇ? ਉਹ ਕਿਹੜੀਆਂ ਰਾਸ਼ੀਆਂ ਹੁੰਦੀਆਂ ਨੇ? ਸਦਿਸ਼ ਰਾਸ਼ੀਆਂ ਹੁੰਦੀਆਂ ਨੇ। ਕਿਹੜੀਆਂ ਰਾਸ਼ੀਆਂ ਹੁੰਦੀਆਂ ਨੇ? ਵੈਕਟਰ, ਠੀਕ ਹੈ। ਸਦਿਸ਼ ਰਾਸ਼ੀ ਹੁੰਦੀਆਂ ਜਿਨ੍ਹਾਂ ਦੀ ਮਾਤਰਾ ਵੀ ਹੁੰਦੀ ਤੇ ਦਿਸ਼ਾ ਦੋਨੋਂ ਹੀ ਹੁੰਦੀ ਹੈ, ਠੀਕ ਹੈ। ਪ੍ਰਮਾਣ ਤੇ ਦਿਸ਼ਾ ਦੋਨੇ ਹੁੰਦੇ। ਖਾਲੀ ਥਾਂ ਭਰਨੀ ਅਗਲੇ ਪ੍ਰਸ਼ਨ ਦੇ ਵਿੱਚ, ਜਿਹੜੀਆਂ ਭੌਤਿਕ ਰਾਸ਼ੀਆਂ ਨੂੰ ਕੇਵਲ ਮਾਤਰਾ ਰਾਹੀਂ ਪ੍ਰਗਟ ਕੀਤਾ, ਹਾਂ ਹੁਣ ਇੱਥੇ ਯਾਦ ਰੱਖਣਾ ਜਿਨ੍ਹਾਂ ਦਾ ਸਿਰਫ ਪ੍ਰਮਾਣ ਹੀ ਹੋਵੇ, ਦਿਸ਼ਾ ਨਾ ਹੋਵੇ, ਤਾਂ ਉਹ ਕੀ ਆ? ਸਕੇਲਰ ਰਾਸ਼ੀਆਂ ਨੇ, ਅਦਿਸ਼ ਰਾਸ਼ੀਆਂ ਨੇ, ਠੀਕ ਹੈ। ਆਪਾਂ ਅੱਗੇ ਵੀ ਅਗਲੇ ਪ੍ਰਸ਼ਨਾਂ 'ਚ ਕਰਾਂਗੇ ਕਿ ਕਿਹੜੀ ਕਿਹੜੀ ਰਾਸ਼ੀ ਸਕੇਲਰ ਹੈ, ਕਿਹੜੀ ਕਿਹੜੀ ਰਾਸ਼ੀ ਸਕੇਲਰ ਹੈ ਤੇ ਕਿਹੜੀ ਕਿਹੜੀ ਰਾਸ਼ੀ ਵੈਕਟਰ ਆ, ਠੀਕ ਹੈ ਜੀ। ਯਾਦ ਰੱਖ ਲੈਣਾ ਕਿ ਜਿਹੜੀ ਸਕੇਲਰ ਆ ਉਹਦੇ ਵਿੱਚ ਕੀ ਆ? ਮਾਤਰਾ ਹੁੰਦੀ ਪਰ ਦਿਸ਼ਾ ਨਹੀਂ ਹੁੰਦੀ। ਜਿਹੜੀ ਵੈਕਟਰ ਆ ਉਹਦੇ ਵਿੱਚ ਕੀ ਆ? ਸਦਿਸ਼ ਦੇ ਵਿੱਚ ਦੋਨੋਂ ਚੀਜ਼ਾਂ ਹੀ ਹੁੰਦੀਆਂ ਆ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਸਮਾਨ, ਸਾਡਾ ਲਾਸਟ ਕੁਐਸਚਨ ਹੈ ਇਹ ਅੱਜ ਦੀ ਲੜੀ ਦਾ। ਸਮਾਨ ਚੱਕਰੀ ਗਤੀ ਵਿੱਚ ਵਸਤੂ ਦੀ ਗਤੀ। ਦੇਖੋ ਸਮਾਨ ਚੱਕਰੀ ਗਤੀ ਮਤਲਬ ਸਮਾਨ ਚੱਕਰੀ ਗਤੀ ਵਿੱਚ ਵਸਤੂ ਦੀ ਗਤੀ ਕੀ ਹੁੰਦੀ ਆ? ਗਤੀ ਕੀ ਆ? ਬਦਲਦੀ ਆ ਪਰ ਵੇਗ ਨਹੀਂ ਬਦਲਦਾ, ਠੀਕ ਹੈ ਨਾ। ਜਿਹੜੀ ਵੈਲੋਸਿਟੀ ਆ ਉਹ ਚੇਂਜ ਨਹੀਂ ਹੋਵੇਗੀ, ਉਹ ਚੇਂਜ ਨਹੀਂ ਹੁੰਦੀ, ਸਗੋਂ ਉਹਦੀ ਜਿਹੜੀ ਗਤੀ ਆ ਉਹ ਜਿਹੜੀ ਆ ਮੋਸ਼ਨ ਜੋ ਹੈ ਉਹ ਚੇਂਜ ਹੁੰਦੀ ਹੈ, ਠੀਕ ਹੈ ਨਾ। ਠੀਕ ਹੈ ਜੀ ਸਰ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੇ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ, ਤੇ ਨਾਲ ਬੈਲ ਆਈਕਨ ਨੂੰ ਔਨ ਕਰ ਲੈਣਾ ਤਾਂ ਕਿ ਤੁਹਾਨੂੰ ਅਗਲੀਆਂ ਵੀਡੀਓਜ਼ 'ਤੇ ਜਿਹੜੇ ਨੋਟੀਫਿਕੇਸ਼ਨਸ ਮਿਲਦੇ ਰਹਿਣ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।